ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਧੀ ਰਾਤ ਨੂੰ ਸੌਂਦੇ ਸਮੇਂ ਮੈਂ ਮਹਿਸੂਸ ਕੀਤਾ ਕਿ ਮੇਰੀ ਛੋਟੀ ਭੈਣ ਦੀ ਸਹੇਲੀ ਮੇਰੇ ਨਾਲ ਸ਼ਰਾਰਤਾਂ ਕਰ ਰਹੀ ਹੈ। ਉਸ ਸਮੇਂ ਮੈਂ ਗੂੜੀ ਨੀਂਦ ਵਿੱਚ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਸੁਪਨਾ ਦੇਖ ਰਿਹਾ ਹਾਂ। ਕੁਝ ਸਮੇਂ ਬਾਅਦ ਉਸ ਦੀਆਂ ਹਰਕਤਾਂ ਦੇ ਕਾਰਨ ਮੇਰੀ ਅੱਖ ਖੁੱਲ ਗਈ। ਉਸ ਸਮੇਂ ਮੈਂ ਦੇਖਿਆ ਕਿ ਮੇਰੀ ਛੋਟੀ ਭੈਣ ਦੀ ਸਹੇਲੀ ਮੋਨਿਕਾ ਮੇਰੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਇਹ ਸਭ ਕੀ ਕਰ ਰਹੀ ਹੈ? ਤੈਨੂੰ ਸ਼ਰਮ ਨਹੀਂ ਹੈ ਕਿ ਮੈਂ ਤੇਰਾ ਵੱਡਾ ਭਰਾ ਹਾਂ। ਇਸ ਤੋਂ ਬਾਅਦ ਮੈਂ ਦੇਖਿਆ ਕਿ ਉਹ ਹੋਰ ਵੀ ਜ਼ਿਆਦਾ ਪਾਗਲਪਨ ਕਰਨ ਲੱਗੀ। ਉਸ ਦੀਆਂ ਇਹ ਹਰਕਤਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਸ ਦੀਆਂ ਅੱਖਾਂ ਵਿੱਚ ਮੈਂ ਅਜੀਬ ਤਰ੍ਹਾਂ ਦੀ ਖਵਾਇਸ਼ ਦੇਖੀ। ਮੇਰੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਉਹ ਮੇਰੀ ਕੋਈ ਗੱਲ ਨਹੀਂ ਸੁਣ ਰਹੀ ਸੀ। ਦੋਸਤੋ, ਜੋ ਮੇਰੀ ਛੋਟੀ ਭੈਣ ਦੀ ਸਹੇਲੀ ਨੇ ਮੇਰੇ ਨਾਲ ਕੀਤਾ, ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੇਰਾ ਨਾਮ ਅਮਰ ਹੈ ਅਤੇ ਮੇਰੀ ਉਮਰ 26 ਸਾਲ ਹੈ। ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਮੇਰਾ ਘਰ ਪ੍ਰਤਾਪ ਨਗਰ ਵਿੱਚ ਹੈ, ਪਰ ਮੈਂ ਨਵਜੀਵਨ ਨਗਰ ਹੈਦਰਾਬਾਦ ਵਿੱਚ ਰਹਿੰਦਾ ਹਾਂ। ਮੇਰੇ ਪਰਿਵਾਰ ਵਿੱਚ ਮੈਂ, ਮੇਰੇ ਮਾਤਾ-ਪਿਤਾ ਅਤੇ ਮੇਰੀ ਛੋਟੀ ਭੈਣ ਰੂਬੀ ਹੈ, ਜਿਹਦੀ ਉਮਰ ਹਜੇ 18 ਸਾਲ ਹੈ ਅਤੇ ਉਹ ਹੁਣ ਇਸ ਸਾਲ 12ਵੀਂ ਦੇ ਪੇਪਰ ਦੇਵੇਗੀ। ਪਾਪਾ ਹਾਰਡਵੇਅਰ ਦੀ ਦੁਕਾਨ ਚਲਾਉਂਦੇ ਹਨ ਅਤੇ ਮੇਰੀ ਮਾਂ ਹਾਊਸਵਾਈਫ ਹੈ। ਮੈਨੂੰ ਦੁਸ਼ਹਿਰੇ ਦੀਆਂ ਛੁੱਟੀਆਂ ਸੀ ਅਤੇ ਇਸ ਲਈ ਮੈਂ ਘਰ ਜਾਣ ਦੀ ਤਿਆਰੀ ਕੀਤੀ। ਸਾਰਿਆਂ ਦੇ ਲਈ ਸ਼ਾਪਿੰਗ ਕੀਤੀ, ਖਾਸ ਕਰਕੇ ਆਪਣੀ ਪਿਆਰੀ ਭੈਣ ਰੂਬੀ ਦੇ ਲਈ 2-3 ਲਹਿੰਗੇ ਖਰੀਦੇ। ਮੰਮੀ ਲਈ ਸਾੜੀ ਅਤੇ ਪਾਪਾ ਲਈ ਕੁੜਤਾ ਪਜਾਮਾ ਲੈਤਾ। ਸ਼ਾਪਿੰਗ ਕਰਨ ਤੋਂ ਬਾਅਦ ਮੈਂ ਆਪਣੀ ਪੈਕਿੰਗ ਕੀਤੀ। ਟ੍ਰੇਨ ਦੀ ਟਿਕਟ ਤਾਂ ਪਹਿਲਾਂ ਤੋਂ ਹੀ ਬੁੱਕ ਸੀ, ਇਸ ਲਈ ਮੈਂ ਦੁਸ਼ਹਿਰਾ ਸਟਾਰਟ ਹੋਣ ਤੋਂ 2 ਦਿਨ ਪਹਿਲਾਂ ਚਲਾ ਗਿਆ। 2 ਸਾਲ ਬਾਅਦ ਮੈਂ ਘਰ ਜਾ ਰਿਹਾ ਸੀ, ਕਿਉਂਕਿ ਨੌਕਰੀ ਜੁਆਇਨ ਕਰਨ ਤੋਂ ਬਾਅਦ ਘਰ ਜਾਣ ਦਾ ਸਮਾਂ ਨਹੀਂ ਮਿਲਿਆ ਸੀ। ਇਸ ਲਈ ਮੈਂ ਸਾਰਿਆਂ ਲਈ ਕੁਝ ਨਾ ਕੁਝ ਖਰੀਦਿਆ, ਖਾਸ ਕਰ ਆਪਣੀ ਪਿਆਰੀ ਛੋਟੀ ਭੈਣ ਦੇ ਲਈ। ਲਗਭਗ 48 ਘੰਟਿਆਂ ਦੇ ਸਫ਼ਰ ਤੋਂ ਬਾਅਦ ਆਖਰਕਾਰ ਮੈਂ ਘਰ ਪਹੁੰਚ ਗਿਆ। ਪ੍ਰਤਾਪਪੁਰ ਸਿਟੀ ਤੋਂ ਪਿੰਡ ਤੱਕ ਪਹੁੰਚਣ ਵਿੱਚ ਮੈਨੂੰ ਰਾਤ ਹੋ ਗਈ। ਰਾਤ ਦੇ 11 ਵਜੇ ਮੈਂ ਘਰ ਪਹੁੰਚਿਆ ਤਾਂ ਦੇਖਿਆ ਕਿ ਸਾਰੇ ਸੋ ਗਏ ਸੀ। ਤਾਂ ਮੈਂ ਮੇਰੀ ਮਾਂ ਨੂੰ ਜਗਾਇਆ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਸੌਂ ਗਿਆ। ਕਾਫੀ ਸਮਾਂ ਹੋ ਗਿਆ ਸੀ, ਇਸ ਲਈ ਮੈਂ ਰੂਬੀ ਨੂੰ ਨਹੀਂ ਜਗਾਇਆ। ਸਵੇਰੇ ਜਦੋਂ 5 ਵਜੇ ਮੇਰੀ ਛੋਟੀ ਭੈਣ ਰੂਬੀ ਮੈਨੂੰ ਜਗਾਉਣ ਲੱਗੀ, ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ, ਇਸ ਲਈ ਉਹ ਮੇਰੇ ਕੋਲ ਆ ਕੇ ਮੈਨੂੰ ਜਗਾਉਣ ਲੱਗੀ ਅਤੇ ਮੇਰੇ ਤੋਂ ਗਿਫਟ ਦੇ ਬਾਰੇ ਵਿੱਚ ਪੁੱਛਣ ਲੱਗੀ। ਮੈਂ ਨੀਂਦ ਵਿੱਚ ਕਹਿ ਰਿਹਾ ਸੀ ਕਿ ਹੁਣ ਤੂੰ ਜਾ, ਮੈਨੂੰ ਸੌਣ ਦੇ, ਪਰ ਉਸ ਨੂੰ ਹੁਣੇ ਹੀ ਗਿਫਟ ਚਾਹੀਦਾ ਸੀ। ਇਸ ਲਈ ਉਸ ਨੇ ਮੇਰੇ ਉੱਪਰ ਦੀ ਚਾਦਰ ਖਿੱਚ ਦਿੱਤੀ। ਮੇਰੀ ਹਾਲਤ ਖਰਾਬ ਸੀ। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਅਤੇ ਦੂਜੇ ਪਾਸੇ ਉਹ ਮੇਰੀ ਹਾਲਤ ਦੇਖ ਕੇ ਹੱਸ ਰਹੀ ਸੀ। ਮੈਂ ਜਲਦੀ ਉੱਠ ਕੇ ਬੈਠ ਗਿਆ ਅਤੇ ਉਸ ਨੂੰ ਦੇਖਿਆ, ਜਿਵੇਂ ਮੈਂ ਉਸ ਨੂੰ ਪਹਿਚਾਨ ਹੀ ਨਹੀਂ ਪਾ ਰਿਹਾ ਹਾਂ। ਇਹ 2 ਸਾਲਾਂ ਵਿੱਚ ਉਹ ਬਹੁਤ ਵੱਡੀ ਹੋ ਗਈ ਸੀ। ਉਹ ਬਿਲਕੁਲ ਅਣਜਾਣ ਲੱਗ ਰਹੀ ਸੀ। ਇੰਨੇ ਦਿਨਾਂ ਬਾਅਦ ਮੈਂ ਮੇਰੀ ਪਿਆਰੀ ਭੈਣ ਨੂੰ ਦੇਖਿਆ ਤਾਂ ਮੈਨੂੰ ਇਸ ਤਰ੍ਹਾਂ ਦਾ ਲੱਗਿਆ ਜਿਵੇਂ ਕੋਈ ਅਣਜਾਣ ਪਰੀ ਮੇਰੇ ਘਰ ਵਿੱਚ ਆ ਗਈ ਹੋਵੇ। ਉਸ ਸਮੇਂ ਉਸ ਦੀ ਆਵਾਜ਼ ਦੇ ਕਾਰਨ ਮੇਰਾ ਧਿਆਨ ਟੁੱਟਿਆ। ਰੂਬੀ ਕਹਿਣ ਲੱਗੀ ਕਿ ਭਾਈ, ਤੂੰ ਇਸ ਤਰ੍ਹਾਂ ਕੀ ਦੇਖ ਰਿਹਾ ਹੈ? ਮੈਨੂੰ ਜਿਵੇਂ ਤੂੰ ਮੈਨੂੰ ਕਦੇ ਦੇਖਿਆ ਹੀ ਨਹੀਂ ਹੈ। ਮੈਂ ਕਿਹਾ ਕਿ ਹਾਂ, ਤੂੰ ਬਹੁਤ ਵੱਡੀ ਹੋ ਗਈ ਹੈ, ਮੈਂ ਤੈਨੂੰ ਪਹਿਚਾਨ ਹੀ ਨਹੀਂ ਪਾ ਰਿਹਾ ਹਾਂ। ਰੂਬੀ ਕਹਿਣ ਲੱਗੀ ਕਿ ਬਾਈ, ਮੈਨੂੰ ਬਾਅਦ ਵਿੱਚ ਤੂੰ ਦਿਲ ਭਰ ਕੇ ਦੇਖ ਲਵੀਂ। ਤੁਸੀਂ ਮੇਰੇ ਲਈ ਕੀ ਲੈ ਕੇ ਆਏ ਹੋ ਦੱਸੋ? ਮੈਂ ਉੱਠਿਆ ਤੇ ਅਲਮਾਰੀ ਚੋਂ ਉਸ ਲਈ ਕੁਝ ਕੱਪੜੇ ਅਤੇ ਮਠਿਆਈਆਂ ਕੱਢ ਕੇ ਉਸ ਨੂੰ ਦਿੱਤੀਆਂ। ਉਹ ਬਹੁਤ ਖੁਸ਼ ਹੋ ਗਈ ਅਤੇ ਇਸ ਖੁਸ਼ੀ ਵਿੱਚ ਹੀ ਉਸ ਨੇ ਉਸੇ ਸਮੇਂ ਮੈਨੂੰ ਗਲ ਨਾਲ ਲਾ ਲਿਆ। ਉਸ ਦੇ ਇਸ ਤਰ੍ਹਾਂ ਗਲ ਨਾਲ ਲਗਾਉਣ ਦੇ ਕਾਰਨ ਮੇਰੀ ਹਾਲਤ ਖਰਾਬ ਹੋਣ ਲੱਗੀ। ਥੋੜੇ ਸਮੇਂ ਬਾਅਦ ਮੈਂ ਬਾਥਰੂਮ ਵਿੱਚ ਚਲਾ ਗਿਆ ਅਤੇ ਫਰੈਸ਼ ਹੋ ਗਿਆ। ਫਿਰ ਮੈਂ ਨਾਸ਼ਤਾ ਕੀਤਾ। ਨਾਸ਼ਤਾ ਕਰਨ ਤੋਂ ਬਾਅਦ ਕਮਰੇ ਵਿੱਚ ਬੈਠਾ ਮੈਂ ਗੇਮ ਖੇਡ ਰਿਹਾ ਸੀ। ਉਸ ਸਮੇਂ ਹੀ ਮੇਰੀ ਛੋਟੀ ਭੈਣ ਰੂਬੀ ਆਈ ਅਤੇ ਕਹਿਣ ਲੱਗੀ ਕਿ ਬਾਈ, ਦੁਸ਼ਹਿਰੇ ਤੇ
ਮੰਗਲ ਘਾਟ ਦਿਖਾਉਣ ਲਈ ਲੈ ਚੱਲੋਗੇ ਨਾ? ਮੈਂ ਕਿਹਾ ਕਿ ਠੀਕ ਹੈ, ਚੱਲਾਂਗੇ। ਫਿਰ ਦੁਸ਼ਹਿਰੇ ਦੀ ਸ਼ੁਰੂਆਤ ਅਸੀਂ ਦੋਹੇ ਭੈਣ ਭਰਾਵਾਂ ਨੇ ਬਹੁਤ ਮਸਤ ਕੀਤੀ। ਦੁਸ਼ਹਿਰੇ ਦੇ ਦਿਨ ਸ਼ਾਮ ਨੂੰ ਅਸੀਂ ਘੁੰਮਣ ਨਿਕਲੇ। ਰੂਬੀ ਨੇ ਕਿਹਾ ਕਿ ਬਾਈ ਮੈਂ ਆਪਣੀ ਸਹੇਲੀ ਨੂੰ ਮਿਲਣ ਨਹੀਂ ਗਈ, ਉਸ ਨੇ ਵੀ ਮੰਗਲ ਘਾਟ ਜਾਣਾ ਸੀ, ਚਲੋ ਉਸ ਨੂੰ ਵੀ ਆਪਣੇ ਨਾਲ ਹੀ ਲੈ ਚੱਲਦੇ ਹਾਂ। ਮੈਂ ਉਸ ਨੂੰ ਕਿਹਾ ਕਿ ਮੰਗਲ ਘਾਟ ਤਾਂ ਬਹੁਤ ਦੂਰ ਹੈ, ਇੱਕ ਦਿਨ ਵਿੱਚ ਆਉਣਾ ਬਹੁਤ ਮੁਸ਼ਕਲ ਹੋਵੇਗਾ। ਉਸ ਸਮੇਂ ਰੂਬੀ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ, ਮੈਂ ਜਾਣਾ ਹੈ ਤਾਂ ਮਤਲਬ ਜਾਣਾ ਹੈ, ਜੇਕਰ ਜ਼ਰੂਰਤ ਪਈ ਤਾਂ ਅਸੀਂ ਹੋਟਲ ਵਿੱਚ ਇੱਕ ਰਾਤ ਰੁਕ ਸਕਦੇ ਹਾਂ, ਇਸ ਵਿੱਚ ਕੀ ਪ੍ਰੋਬਲਮ ਹੈ, ਪਲੀਜ਼ ਮਨਾ ਨਾ ਕਰੋ। ਮੈਂ ਕਿਹਾ ਕਿ ਠੀਕ ਹੈ, ਜੇਕਰ ਤੂੰ ਜਾਣਾ ਹੈ ਤਾਂ ਚੱਲ। ਰਾਸਤੇ ਵਿੱਚ ਜਾਂਦੇ ਸਮੇਂ ਅਸੀਂ ਆਪਣੇ ਨਾਲ ਰੂਬੀ ਦੀ ਸਹੇਲੀ ਮੋਨਿਕਾ ਨੂੰ ਵੀ ਲੈ ਲਿਆ ਅਤੇ ਘਰ ਆ ਗਏ। ਮੇਰੀ ਭੈਣ ਬਹੁਤ ਚਲਾਕ ਹੈ, ਉਸ ਨੇ ਆਉਂਦੇ ਹੀ ਮੰਮੀ ਨੂੰ ਮਨਾ ਲਿਆ ਅਤੇ ਫਿਰ ਮੈਂ, ਮੇਰੀ ਛੋਟੀ ਭੈਣ ਅਤੇ ਉਸ ਦੀ ਸਹੇਲੀ ਮੋਨਿਕਾ ਮੰਗਲ ਘਾਟ ਲਈ ਨਿਕਲ ਗਏ। ਜਾਂਦੇ ਜਾਂਦੇ ਦੁਪਹਿਰ ਹੋ ਗਈ। ਉੱਥੇ ਪਹੁੰਚਣ ਤੋਂ ਬਾਅਦ ਪਹਿਲਾਂ ਅਸੀਂ ਰਹਿਣ ਦਾ ਪ੍ਰਬੰਧ ਕੀਤਾ ਸੀ, ਕਿਉਂਕਿ ਉੱਥੋਂ ਦੁਪਹਿਰ ਨੂੰ ਵਾਪਸ ਆਉਣਾ ਮੁਮਕਿਨ ਨਹੀਂ ਸੀ। ਅਸੀਂ ਤਿੰਨਾਂ ਨੇ ਮਿਲ ਕੇ ਹੋਟਲ ਲੱਭਣਾ ਸ਼ੁਰੂ ਕੀਤਾ। ਅੰਤ ਵਿੱਚ ਸਾਨੂੰ ਇੱਕ ਕਮਰਾ ਮਿਲਿਆ, ਉਹ ਵੀ ਸਿੰਗਲ। ਦੁਸ਼ਹਿਰੇ ਦੀਆਂ ਛੁੱਟੀਆਂ ਦੇ ਕਾਰਨ ਹਰ ਜਗ੍ਹਾ ਭੀੜ ਸੀ, ਇਸ ਲਈ ਸਾਨੂੰ ਸਿੰਗਲ ਰੂਮ ਹੀ ਲੈਣਾ ਪਿਆ। ਫਿਰ ਅਸੀਂ ਕੁਝ ਸਮੇਂ ਦਾ ਆਰਾਮ ਕਰਨ ਤੋਂ ਬਾਅਦ ਘੁੰਮਣ ਲਈ ਚਲੇ ਗਏ। ਰੂਬੀ ਦੀ ਸਹੇਲੀ ਨੇ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀ ਕਿ ਸਾਰੇ ਲੋਕ ਉਸ ਨੂੰ ਹੀ ਦੇਖ ਰਹੇ ਸੀ। ਮੈਨੂੰ ਵੀ ਗੁੱਸਾ ਆ ਰਿਹਾ ਸੀ, ਪਰ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਪਾ ਰਿਹਾ ਸੀ। ਉਸ ਸਮੇਂ ਇੱਕ ਲੜਕਾ ਦੂਜੇ ਲੜਕੇ ਨੂੰ ਕਹਿਣ ਲੱਗਿਆ ਕਿ ਤੂੰ ਦੇਖਿਆ ਹੈ, ਉਹ ਲੜਕਾ ਆਪਣੀ ਮਜਨੂ ਦੇ ਨਾਲ ਘੁੰਮ ਰਿਹਾ ਹੈ, ਉਸ ਦੀ ਕਿਸਮਤ ਕਿੰਨੀ ਚੰਗੀ ਹੈ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ। ਇਸ ਤੋਂ ਪਹਿਲਾਂ ਮੈਂ ਉਹਨਾਂ ਕੋਲ ਜਾਂਦਾ, ਰੂਬੀ ਨੇ ਮੈਨੂੰ ਰੋਕ ਲਿਆ ਅਤੇ ਫਿਰ ਸਾਰਾ ਦਿਨ ਘੁੰਮਣ ਤੋਂ ਬਾਅਦ ਸ਼ਾਮ ਨੂੰ ਅਸੀਂ ਹੋਟਲ ਆ ਗਏ। ਫਿਰ ਅਸੀਂ ਫਰੈਸ਼ ਹੋ ਕੇ ਸ਼ਾਮ ਨੂੰ ਫਿਰ ਬਾਹਰ ਜਾਣ ਦਾ ਫੈਸਲਾ ਕੀਤਾ। ਸਾਡੇ ਨਾਲ ਹੀ ਕਮਰੇ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਸੀ, ਸਾਡੀ ਉਹਨਾਂ ਨਾਲ ਮੁਲਾਕਾਤ ਹੋ ਗਈ। ਉਹ ਵੀ ਸਾਡੇ ਵਾਂਗ ਹੀ ਘੁੰਮਣ ਲਈ ਆਏ ਹੋਏ ਸੀ। ਲੜਕੀ ਦਾ ਨਾਮ ਸ਼ਾਲਨੀ ਸੀ। ਤਾਂ ਅਚਾਨਕ ਸ਼ਾਲਨੀ ਨੇ ਕਿਹਾ ਕਿ ਤੁਹਾਡੀ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਾਂ। ਰੂਬੀ ਨੇ ਕਿਹਾ ਕਿ ਤੁਸੀਂ ਦੋਨੇ ਵੀ ਬਹੁਤ ਸੋਹਣੇ ਲੱਗ ਰਹੇ ਹੋ, ਕਿੰਨਾ ਸਮਾਂ ਹੋ ਗਿਆ ਹੈ ਤੁਹਾਡੇ ਵਿਆਹ ਨੂੰ? ਤਾਂ ਜਾਵੇਦ ਨੇ ਕਿਹਾ ਕਿ 4 ਮਹੀਨੇ ਹੋ ਗਏ ਹਨ। ਅਤੇ ਫਿਰ ਜਾਵੇਦ ਨੇ ਪੁੱਛਿਆ ਕਿ ਤੁਹਾਡੇ ਵਿਆਹ ਨੂੰ ਕਿੰਨੇ ਦਿਨ ਹੋਏ ਹਨ? ਮੈਂ ਕੁਝ ਕਹਿਣ ਵਾਲਾ ਹੀ ਸੀ ਤਾਂ ਮੇਰੀ ਛੋਟੀ ਭੈਣ ਰੂਬੀ ਬੋਲ ਪਈ, ਕਹਿਣ ਲੱਗੀ ਕਿ ਹਜੇ ਕੁਝ ਹੀ ਦਿਨ ਹੋਏ ਹਨ। ਮੈਂ ਅਤੇ ਮੋਨਿਕਾ ਹੈਰਾਨੀ ਨਾਲ ਉਸ ਵੱਲ ਦੇਖ ਰਹੇ ਸੀ ਕਿ ਰੂਬੀ ਇਹ ਕੀ ਕਹਿ ਰਹੀ ਸੀ। ਤਾਂ ਜਾਵੇਦ ਨੇ ਕਿਹਾ ਕਿ ਤੁਸੀਂ ਸਹੀ ਸਮੇਂ ਤੇ ਹਨੀਮੂਨ ਦੇ ਲਈ ਆਏ ਹੋ, ਪਰ ਸਾਨੂੰ ਥੋੜਾ ਸਮਾਂ ਲੱਗ ਗਿਆ। ਆਫਿਸ ਵਿੱਚੋਂ ਛੁੱਟੀ ਲੈਂਦੇ ਲੈਂਦੇ ਮੈਨੂੰ 4 ਮਹੀਨੇ ਲੱਗ ਗਏ। ਉਸ ਤੋਂ ਬਾਅਦ ਸ਼ਾਲਿਨੀ ਨੇ ਕਿਹਾ ਕਿ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ? ਮੋਨਿਕਾ ਨੇ ਕਿਹਾ ਕਿ ਲਵ ਮੈਰਿਜ। ਇੱਧਰ ਮੈਨੂੰ ਗੁੱਸੇ ਵਿੱਚ ਪਸੀਨਾ ਆ ਰਿਹਾ ਸੀ। ਮੋਨਿਕਾ ਕੀ ਮਜ਼ਾਕ ਕਰ ਰਹੀ ਸੀ? ਇਸ ਤਰ੍ਹਾਂ ਹੀ ਘੁੰਮਦੇ ਘੁੰਮਦੇ ਰਾਤ ਦੇ 10 ਵੱਜ ਗਏ ਸੀ ਅਤੇ ਅਸੀਂ ਫਿਰ ਤੋਂ ਹੋਟਲ ਵਾਪਸ ਆ ਗਏ। ਖਾਣਾ ਖਾਣ ਤੋਂ ਬਾਅਦ ਅਸੀਂ ਸੌਣ ਲਈ ਆਪਣੇ ਕਮਰੇ ਵਿੱਚ ਜਾ ਰਹੇ ਸੀ ਤਾਂ ਸ਼ਾਲਿਨੀ ਨੇ ਕਿਹਾ ਕਿ ਗੁੱਡ ਨਾਈਟ, ਹਨੀਮੂਨ ਦਾ ਆਨੰਦ ਲਿਓ, ਵਾਪਸ ਨਹੀਂ ਆਵੇਗੀ ਇਹ ਰਾਤ, ਅਤੇ ਹਾਂ ਅਸੀਂ ਵੀ ਅੱਜ ਪੂਰੀ ਰਾਤ ਮਜ਼ੇ ਵਿੱਚ ਰਹਾਂਗੇ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਵੀ ਆਪਣੇ ਕਮਰੇ ਵਿੱਚ ਪਹੁੰਚਦੇ ਹੀ ਰੂਬੀ ਨੂੰ ਕਹਿਣ ਲੱਗਿਆ ਕਿ ਇਹ ਸਭ ਕੀ ਹੋ ਰਿਹਾ ਹੈ। ਤਾਂ ਰੂਬੀ ਕਹਿਣ ਲੱਗੀ ਕਿ ਉਹਨਾਂ ਨੇ ਹੀ ਤਾਂ ਗੱਲ ਸ਼ੁਰੂ ਕੀਤੀ ਹੈ, ਮੈਂ ਕੀ ਕਰਾਂ। ਮੋਨਿਕਾ ਕਹਿਣ ਲੱਗੀ ਕਿ ਸਾਨੂੰ ਸਮਝ ਵਿੱਚ ਹੀ ਨਹੀਂ ਆਇਆ ਕਿ ਮੈਂ ਕੀ ਜਵਾਬ ਦੇਵਾਂ। ਮੈਂ ਸੋਚਿਆ ਕਿ 2-4 ਗੱਲਾਂ ਕਰਕੇ ਅਲੱਗ ਹੋ ਜਾਵਾਂਗੇ, ਪਰ ਹੁਣ ਤਾਂ ਇੰਨੀ ਵੱਡੀ ਗੱਲ ਹੋ ਗਈ ਹੈ ਕਿ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ। ਹੁਣ ਕੀ ਕੀਤਾ ਜਾਵੇ? ਇੱਥੇ ਅਸੀਂ ਇੱਕ ਦਿਨ ਦੇ ਲਈ ਹੀ ਤਾਂ ਅਸੀਂ ਪਤੀ ਪਤਨੀ ਬਣ ਕੇ ਹੀ ਰਹਿ ਲੈਂਦੇ ਹਾਂ। ਮੈਂ ਮੋਨਿਕਾ ਨੂੰ ਕਿਹਾ ਕਿ ਤੂੰ ਇਹ ਕੀ ਕਹਿ ਰਹੀ ਹੈ? ਤਾਂ ਮੋਨਿਕਾ ਕਹਿਣ ਲੱਗੀ ਕਿ ਮੈਂ ਸੱਚੀ ਤਾਂ ਤੁਹਾਨੂੰ ਆਪਣਾ ਪਤੀ ਨਹੀਂ ਬਣਾ ਰਹੀ ਹਾਂ ਨਾ, ਬਸ ਐਕਟਿੰਗ ਕਰਨ ਦੇ ਲਈ ਕਹਿ ਰਹੀ ਹਾਂ। ਉਹਨਾਂ ਦੇ ਸਾਹਮਣੇ ਮੈਂ ਕਿਹਾ ਕਿ ਠੀਕ ਹੈ, ਬਹੁਤ ਰਾਤ ਹੋ ਗਈ ਹੈ, ਹੁਣ ਸੌਂ ਜਾਓ, ਕੱਲ ਐਕਟਿੰਗ ਕਰਾਂਗੇ। ਫਿਰ ਅਸੀਂ ਤਿੰਨੋਂ ਸੌਂ ਗਏ। ਰਾਤ ਨੂੰ ਮੈਨੂੰ ਮਹਿਸੂਸ ਹੋਇਆ ਕਿ ਮੋਨਿਕਾ ਮੇਰੇ ਨਾਲ ਅਜੀਬ ਹਰਕਤਾਂ ਕਰ ਰਹੀ ਹੈ। ਮੈਂ ਨੀਂਦ ਵਿੱਚ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ। ਦੂਜੇ ਸਮੇਂ ਬਾਅਦ ਉਸ ਦੀਆਂ ਹਰਕਤਾਂ ਦੇ ਕਾਰਨ ਮੇਰੀ ਅੱਖ ਖੁੱਲ ਗਈ।
ਮੈਂ ਦੇਖਿਆ ਮੋਨਿਕਾ ਮੇਰੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਅਤੇ ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਇਹ ਸਭ ਕੀ ਕਰ ਰਹੀ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਪਰ ਫਿਰ ਵੀ ਮੈਂ ਦੇਖ ਰਿਹਾ ਸੀ ਕਿ ਉਹ ਕਿਸੇ ਮਕਸਦ ਨਾਲ ਮੇਰੇ ਨਾਲ ਇਹ ਸਭ ਕੁਝ ਕਰ ਰਹੀ ਹੈ। ਹੋਟਲ ਵਿੱਚ ਮੋਨਿਕਾ ਦਾ ਇਹ ਵਰਤਾਵ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਸ ਦੀਆਂ ਅੱਖਾਂ ਅਤੇ ਚਿਹਰੇ ਤੇ ਜਿਵੇਂ ਪਾਗਲਪਨ ਸਵਾਰ ਸੀ। ਮੈਂ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸ ਨੇ ਮੈਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ। ਉਹ ਇੱਕਦਮ ਪਾਗਲ ਹੋ ਗਈ ਅਤੇ ਉਸ ਦੇ ਬੁੱਲ ਮੇਰੇ ਬੁੱਲਾਂ ਤੇ ਆ ਕੇ ਰੁਕ ਗਏ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਕੀ ਕਰ ਰਹੀ ਹੈ। ਉਸ ਨੇ 5 ਮਿੰਟਾਂ ਦੇ ਵਿੱਚ ਮੇਰੀ ਨੀਂਦ ਅਤੇ ਥਕਾਨ ਨੂੰ ਗਾਇਬ ਕਰ ਦਿੱਤਾ। ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਸੀ। ਉਸ ਦੀਆਂ ਹਰਕਤਾਂ ਨੇ ਮੈਨੂੰ ਵੀ ਪਾਗਲ ਬਣਾ ਦਿੱਤਾ ਸੀ। ਮੈਨੂੰ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਮੈਂ ਮੋਨਿਕਾ ਦਾ ਸਾਹਮਣਾ ਕਰ ਹੀ ਨਹੀਂ ਪਾ ਰਿਹਾ ਹਾਂ। ਮੇਰੇ ਮਨ ਵਿੱਚ ਬਸ ਇੱਕ ਹੀ ਇੱਛਾ ਸੀ, ਉਸ ਲੜਕੀ ਨੂੰ ਆਪਣਾ ਬਣਾ ਲੈਣ ਦੀ ਜੋ ਮੇਰੇ ਕੋਲ ਸੀ। ਪਰ ਉਹ ਲੜਕੀ ਮੇਰੀ ਭੈਣ ਦੀ ਸਹੇਲੀ ਸੀ। ਇਹ ਗੱਲ ਮੇਰੇ ਦਿਮਾਗ ਵਿੱਚ ਬਿਲਕੁਲ ਵੀ ਨਹੀਂ ਸੀ। ਇਸ ਤਰ੍ਹਾਂ ਦੇ ਸਮੇਂ ਵਿੱਚ ਇਨਸਾਨ ਨੂੰ ਕੁਝ ਵੀ ਸਮਝ ਵਿੱਚ ਨਹੀਂ ਆਉਂਦਾ। ਮੇਰਾ ਵੀ ਉਹੀ ਹਾਲ ਹੋਇਆ। ਮੈਨੂੰ ਵੀ ਲੱਗ ਰਿਹਾ ਸੀ ਜਿਵੇਂ ਮੇਰੇ ਸਰੀਰ ਵਿੱਚ ਅੱਗ ਲੱਗ ਗਈ ਹੋਵੇ ਅਤੇ ਮੇਰਾ ਪੂਰਾ ਸਰੀਰ ਟੁੱਟ ਰਿਹਾ ਹੋਵੇ ਅਤੇ ਮੇਰਾ ਪੂਰਾ ਸਰੀਰ ਹੁਣ ਕੰਬਣ ਲੱਗਿਆ ਸੀ ਅਤੇ ਮੈਂ ਵੀ ਉਸ ਦੇ ਨਾਲ ਉਹ ਸਭ ਕੁਝ ਕਰਨ ਲੱਗਿਆ। ਮੈਨੂੰ ਲੱਗਿਆ ਜਿਵੇਂ ਮੈਂ ਸਵਰਗ ਵਿੱਚ ਚਲਾ ਗਿਆ ਹੋਵਾਂ। ਮੈਂ ਮੋਨਿਕਾ ਦੇ ਅੱਗੇ ਹਾਰ ਨਹੀਂ ਮੰਨ ਸਕਦਾ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਨਾਲ ਇਹ ਸਭ ਕੁਝ ਨਹੀਂ ਕਰ ਪਾਵੇਗੀ, ਪਰ ਫਿਰ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮੈਨੂੰ ਇਸ ਤਰ੍ਹਾਂ ਦਾ ਲੱਗਿਆ ਜਿਵੇਂ ਮੈਂ ਸੁਪਨਿਆਂ ਦੀ ਦੁਨੀਆ ਵਿੱਚੋਂ ਫੇਰ ਤੋਂ ਧਰਤੀ ਤੇ ਆ ਗਿਆ ਹੋਵਾਂ। ਰਾਤ ਕਾਫੀ ਹੋ ਗਈ ਸੀ। ਅਸੀਂ ਫੇਰ ਸੌਂ ਗਏ। ਰਾਤ ਦੇ ਉਸ ਹਾਦਸੇ ਤੋਂ ਬਾਅਦ ਜਦੋਂ ਮੈਂ ਸਵੇਰੇ ਜਾਗਿਆ ਤਾਂ ਮੇਰੇ ਦਿਲ ਵਿੱਚ ਅਜੀਬ ਜਿਹੀ ਘਬਰਾਹਟ ਸੀ। ਮੈਂ ਸੋਚਿਆ ਕਿ ਕੱਲ ਰਾਤ ਜੋ ਹੋਇਆ ਉਹ ਇੱਕ ਸੁਪਨਾ ਸੀ, ਪਰ ਮੋਨਿਕਾ ਦਾ ਵਰਤਾਪ ਨਾਰਮਲ ਸੀ। ਮੋਨਿਕਾ ਕਹਿਣ ਲੱਗੀ ਕਿ ਅੱਜ ਫੇਰ ਸਾਨੂੰ ਐਕਟਿੰਗ ਕਰਨੀ ਪਵੇਗੀ। ਉਹ ਲੋਕ ਸਾਨੂੰ ਨਾਸ਼ਤੇ ਲਈ ਬੁਲਾ ਰਹੇ ਹਨ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠੇ ਸਨ ਕਿ ਇਹ ਸਭ ਸਹੀ ਹੈ ਜਾਂ ਗਲਤ। ਫਿਰ ਅੰਦਰੋਂ ਮੈਂ ਆਪਣੇ ਆਪ ਨਾਲ ਵੀ ਲੜ ਰਿਹਾ ਸੀ, ਪਰ ਮੋਨਿਕਾ ਬਿਲਕੁਲ ਨਾਰਮਲ ਸੀ। ਮੈਂ ਸੋਚ ਰਿਹਾ ਸੀ ਕਿ ਸਾਨੂੰ ਜਲਦੀ ਇਹ ਸਭ ਕੁਝ ਖਤਮ ਕਰਨਾ ਪਵੇਗਾ, ਨਹੀਂ ਤਾਂ ਚੀਜ਼ਾਂ ਬਹੁਤ ਉਲਝ ਜਾਣਗੀਆਂ। ਮੈਂ ਮੋਨਿਕਾ ਨੂੰ ਕਿਹਾ ਕਿ ਸਾਨੂੰ ਇਹ ਸਭ ਕੁਝ ਬਹੁਤ ਜਲਦੀ ਖਤਮ ਕਰਨਾ ਪਵੇਗਾ। ਮੈਂ ਇਸ ਫਰਜ਼ੀ ਰਿਸ਼ਤੇ ਨੂੰ ਹੋਰ ਨਹੀਂ ਨਿਭਾ ਸਕਦਾ। ਮੋਨਿਕਾ ਥੋੜੇ ਸਮੇਂ ਤੱਕ ਚੁੱਪ ਰਹੀ ਅਤੇ ਫਿਰ ਕਹਿਣ ਲੱਗੀ ਕਿ ਮੈਂ ਜੋ ਕੀਤਾ ਸੀ ਉਹ ਗਲਤ ਸੀ, ਪਰ ਉਸ ਸਮੇਂ ਮੈਂ ਕੁਝ ਵੀ ਸਮਝ ਨਹੀਂ ਪਾਈ। ਪਰ ਹੁਣ ਸਾਨੂੰ ਇਸ ਨੂੰ ਖਤਮ ਕਰਨਾ ਚਾਹੀਦਾ ਹੈ। ਮੈਂ ਵੀ ਸੁੱਖ ਦਾ ਸਾਹ ਲਿਆ ਅਤੇ ਹਾਮੀ ਭਰੀ। ਉਸ ਰਾਤ ਮੈਂ ਫੈਸਲਾ ਕੀਤਾ ਕਿ ਅਗਲੀ ਸਵੇਰ ਅਸੀਂ ਜਾਵੇਦ ਅਤੇ ਸ਼ਾਲਿਨੀ ਨੂੰ ਸਭ ਕੁਝ ਸੱਚ ਦੱਸ ਦੇਵਾਂਗੇ, ਭਲੇ ਹੀ ਉਹ ਕੁਝ ਵੀ ਸੋਚਣ। ਹੁਣ ਮੈਂ ਹੋਰ ਜ਼ਿਆਦਾ ਝੂਠ ਨਹੀਂ ਬੋਲ ਸਕਦਾ ਸੀ। ਅਗਲੇ ਦਿਨ ਨਾਸ਼ਤੇ ਦੇ ਸਮੇਂ ਅਸੀਂ ਸਾਰਿਆਂ ਦੇ ਸਾਹਮਣੇ ਸੱਚਾਈ ਦੱਸੀ। ਉਹ ਲੋਕ ਹੈਰਾਨ ਸਨ ਪਰ ਹੌਲੀ ਹੌਲੀ ਗੱਲ ਨੂੰ ਸਮਝ ਗਏ। ਜਾਵੇਦ ਨੇ ਕਿਹਾ ਕਿ ਯਾਰ ਸਾਨੂੰ ਤਾਂ ਲੱਗਿਆ ਸੀ ਕਿ ਤੁਸੀਂ ਸੱਚ ਬੋਲ ਰਹੇ ਹੋ। ਤਾਂ ਰੂਬੀ ਕਹਿਣ ਲੱਗੀ ਕਿ ਚੰਗਾ ਹੋਇਆ ਤੁਸੀਂ ਸਮਾਂ ਰਹਿੰਦੇ ਸਭ ਸੱਚ ਦੱਸ ਦਿੱਤਾ, ਨਹੀਂ ਤਾਂ ਇਸ ਗੱਲ ਵਿੱਚ ਹੋਰ ਜ਼ਿਆਦਾ ਮਸਲਾ ਬਣ ਸਕਦਾ ਸੀ। ਫਿਰ ਅਸੀਂ ਸਾਰਿਆਂ ਤੋਂ ਮਾਫੀ ਮੰਗੀ ਅਤੇ ਵਾਪਸ ਆਉਂਦੇ ਸਮੇਂ ਮੈਂ ਅਤੇ ਮੋਨਿਕਾ ਸਮਝ ਗਏ ਸੀ ਕਿ ਉਸ ਘਟਨਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਸੀ। ਫਿਰ ਮੈਂ ਅਤੇ ਮੋਨਿਕਾ ਸਮਝ ਗਏ, ਪਰ ਉਸ ਘਟਨਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਸੀ। ਅਸੀਂ ਦੋਨਾਂ ਨੇ ਫੈਸਲਾ ਕੀਤਾ ਕਿ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਾਂਗੇ। ਜਿਵੇਂ ਹੀ ਅਸੀਂ ਘਰ ਪਹੁੰਚੇ ਤਾਂ ਮੈਂ ਨਵੀਂ ਸ਼ੁਰੂਆਤ ਦੀ ਕੋਸ਼ਿਸ਼ ਕੀਤੀ। ਸਾਨੂੰ ਰਿਸ਼ਤਿਆਂ ਦੀ ਮਰਿਆਦਾ ਦਾ ਅਹਿਸਾਸ ਹੋ ਗਿਆ ਸੀ। ਹੁਣ ਇਹ ਘਟਨਾ ਸਾਨੂੰ ਹਮੇਸ਼ਾ ਯਾਦ ਰਹੇਗੀ। ਤਾਂ ਦੋਸਤੋ, ਇਹ ਕਹਾਣੀ ਮੇਰੀ ਜ਼ਿੰਦਗੀ ਦੀ ਸੱਚੀ ਘਟਨਾ ਹੈ। ਸ਼ਾਇਦ ਤੁਸੀਂ ਇਸ ਨੂੰ ਸੱਚ ਨਾ ਮੰਨੋ। ਅੰਤ ਵਿੱਚ ਮੈਂ ਮੋਨਿਕਾ ਤੋਂ ਮਾਫੀ ਮੰਗੀ ਅਤੇ ਆਪਣੀ ਨੌਕਰੀ ਤੇ ਚਲਾ ਗਿਆ। ਹੁਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਚਾਹੇ ਉਹ ਮੇਰੀ ਭੈਣ ਦੀ ਸਹੇਲੀ ਸੀ, ਪਰ ਫਿਰ ਵੀ ਉਹ ਮੈਨੂੰ ਭਰਾ ਕਹਿ ਕੇ ਬੁਲਾਉਂਦੀ ਸੀ। ਮੈਂ ਵੀ ਅਣਜਾਣੇ ਵਿੱਚ ਉਸ ਨਾਲ ਗਲਤ ਕੰਮ ਕਰ ਬੈਠਿਆ ਸੀ। ਮੈਂ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ।
ਤਾਂ ਦੋਸਤੋ ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜਿਹੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।